ਅੱਜ मैं ਤੁਹਾਨੂੰ ਆਪਣੀ ਸੱਚੀ ਮੁਹੱਬਤ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ। ਜੇਕਰ ਮੁਹੱਬਤ ਸੱਚੀ ਹੋਵੇ ਅਤੇ ਦਿਲੋਂ ਕੀਤੀ ਜਾਵੇ ਤਾਂ ਰੱਬ ਵੀ ਸਾਡਾ ਸਾਥ ਦਿੰਦੇ ਹਨ। ਮੇਰੀ ਮਾਂ ਨੇ ਮੇਰਾ ਵਿਆਹ ਇੱਕ 16 ਸਾਲ ਦੇ ਮੁੰਡੇ ਨਾਲ ਜ਼ਬਰਦਸਤੀ ਤੈਅ ਕਰ ਦਿੱਤਾ, ਪਰ ਮੈਂ ਵੀ ਸੋਚ ਲਿਆ ਸੀ ਕਿ ਮੈਂ ਇਸ ਬੱਚੇ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਰੋਜ਼ ਆਪਣੇ ਆਸ਼ਕ ਨੂੰ ਸੱਦ ਲਿਆ ਕਰਾਂਗੀ। ਪਰ ਉਸ ਸਮੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਕਮਰੇ ਵਿੱਚ ਆਉਂਦੇ ਹੀ ਉਸਨੇ ਮੁਹੱਬਤ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਹੱਬਤ ਕੋਈ ਆਮ ਚੀਜ਼ ਨਹੀਂ ਹੁੰਦੀ ਜੋ ਹਰ ਇਨਸਾਨ ਨੂੰ ਮਿਲ ਜਾਵੇ। ਮੈਨੂੰ ਵੀ ਇੱਕ ਇਨਸਾਨ ਨਾਲ ਮੁਹੱਬਤ ਹੋ ਗਈ ਸੀ। ਉਸ ਦੇ ਲਈ ਮੈਂ ਆਪਣੀ ਜਾਨ, ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ। ਆਪਣੇ ਮਾਤਾ ਪਿਤਾ, ਆਪਣੇ ਖਾਨਦਾਨ ਵਾਲਿਆਂ ਨਾਲ ਸਭ ਤੋਂ ਲੜੀ ਸੀ। ਆਪਣੇ ਮਾਂ-ਬਾਪ ਨੂੰ ਇਹ ਸਭ ਦੱਸਣ ਤੋਂ ਬਾਅਦ ਮੈਂ ਉਹਨਾਂ ਦੀ ਨਜ਼ਰਾਂ ਵਿੱਚ ਡਿੱਗ ਚੁੱਕੀ ਸੀ, ਪਰ ਮੈਨੂੰ ਪਤਾ ਸੀ ਕਿ ਮੇਰੀ ਮੁਹੱਬਤ ਮੇਰੇ ਦਿਲ ਵਿੱਚ ਰੱਬ ਨੇ ਪਾਈ ਹੈ। ਜੇਕਰ ਪਰਮਾਤਮਾ ਨੇ ਇਸ ਨੂੰ ਮੇਰੇ ਨਸੀਬ ਵਿੱਚ ਲਿਖਿਆ ਹੈ ਤਾਂ ਇਹ ਮੈਨੂੰ ਮਿਲ ਜਾਵੇਗਾ, ਅਤੇ ਜੇਕਰ ਇਹ ਮੈਨੂੰ ਨਹੀਂ ਮਿਲਿਆ ਤਾਂ ਰੱਬ ਨੇ ਇਸ ਨੂੰ ਮੇਰੇ ਨਸੀਬ ਵਿੱਚ ਲਿਖਿਆ ਹੀ ਨਹੀਂ ਹੈ। ਅਸੀਂ ਆਪਣੇ ਆਪ ਆਪਣੇ ਲਈ ਕੁਝ ਵੀ ਨਹੀਂ ਕਰ ਸਕਦੇ, ਬਲਕਿ ਸਭ ਨਸੀਬ ਦੇ ਖੇਡ ਹੁੰਦੇ ਹਨ। ਮੇਰਾ ਨਾਂ ਸੀਲਾ ਹੈ। ਅਸੀਂ 4 ਭੈਣ ਭਰਾ ਸਨ। ਮੈਨੂੰ ਆਪਣੀ ਜ਼ਿੰਦਗੀ ਵਿੱਚ ਮੁਹੱਬਤ ਦੇ ਸਿਵਾ ਕੁਝ ਵੀ ਨਹੀਂ ਚਾਹੀਦਾ ਸੀ। ਮੈਂ ਇੱਕ ਗਰੀਬ ਘਰ ਦੀ ਕੁੜੀ ਸੀ, ਜਿੱਥੇ ਇੱਕ ਵਕਤ ਦਾ ਖਾਣਾ ਖਾਣ ਤੋਂ ਬਾਅਦ ਦੂਜੇ ਵਕਤ ਦੇ ਖਾਣੇ ਲਈ ਮਿਹਨਤ ਕਰਨੀ ਪੈਂਦੀ ਸੀ। ਸਾਡਾ ਘਰ ਵੀ ਬਹੁਤ ਛੋਟਾ ਸੀ ਅਤੇ ਉਹ ਕਾਫੀ ਟੁੱਟਿਆ ਫੁੱਟਿਆ ਹੋਇਆ ਸੀ। ਮੇਰੇ ਪਿਤਾ ਜੀ ਨੂੰ ਕੋਈ ਪਰਵਾਹ ਨਹੀਂ ਸੀ। ਸਾਡੇ ਨਾਲ ਸਾਡੀ ਚਾਚੀ ਵੀ ਰਹਿੰਦੀ ਸੀ। ਮੇਰੀ ਮਾਂ ਅਤੇ ਮੇਰੀ ਚਾਚੀ ਵਿਚਾਲੇ ਆਏ ਦਿਨ ਝਗੜੇ ਹੁੰਦੇ ਰਹਿੰਦੇ ਸਨ। ਨਾ ਕਦੇ ਮੇਰੀ ਮਾਂ ਅਤੇ ਚਾਚੀ ਦੀ ਬਣੀ ਅਤੇ ਨਾ ਕਦੇ ਸਾਡੇ ਭੈਣ ਭਰਾਵਾਂ ਦੀ ਸਾਡੀ ਚਾਚੀ ਦੇ ਬੱਚਿਆਂ ਨਾਲ ਬਣੀ। ਮੇਰੀ ਵੱਡੀ ਭੈਣ ਦੇ ਵਿਆਹ ਦੀ ਉਮਰ ਹੋ ਚੁੱਕੀ ਸੀ। ਉਸ ਦੇ ਰਿਸ਼ਤੇ ਤਾਂ ਆਉਂਦੇ ਸਨ, ਪਰ ਸਭ ਨੂੰ ਢੇਰ ਸਾਰਾ ਦਾਜ ਚਾਹੀਦਾ ਹੁੰਦਾ ਸੀ। ਪਰ ਸਾਡੇ ਗਰੀਬਾਂ ਕੋਲ ਦੇਣ ਲਈ ਕੁਝ ਵੀ ਨਹੀਂ ਸੀ। ਮੈਂ ਆਪਣੀ ਮਾਂ ਨੂੰ ਕਿਹਾ, ਤੁਹਾਨੂੰ ਕੀ ਜ਼ਰੂਰਤ ਹੈ ਵੱਡੇ ਘਰ ਵਿੱਚ ਦੀਦੀ ਦਾ ਰਿਸ਼ਤਾ ਕਰਨ ਦੀ? ਤੁਸੀਂ ਕਿਸੇ ਸਾਡੇ ਵਰਗੇ ਹੀ ਘਰ ਵਿੱਚ ਉਹਨਾਂ ਦਾ ਵਿਆਹ ਕਰ ਦਿਓ। ਪਰ ਮੇਰੀ ਮਾਂ ਦਾ ਕਹਿਣਾ ਸੀ, ਜੇਕਰ ਉਹ ਮੇਰੀ ਭੈਣ ਦਾ ਵਿਆਹ ਕਿਸੇ ਵੱਡੇ ਘਰ ਵਿੱਚ ਕਰਨਗੇ ਤਾਂ ਉੱਥੇ ਉਹਨਾਂ ਦੀ ਧੀ ਖੁਸ਼ ਰਹੇਗੀ। ਉਸ ਨੂੰ ਕਿਸੇ ਵੀ ਗੱਲ ਲਈ ਸੋਚਣਾ ਸਮਝਣਾ ਨਹੀਂ ਪਵੇਗਾ। ਮੇਰੀ ਮਾਂ ਕਹਿੰਦੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਸਾਰੀਆਂ ਖਵਾਇਸ਼ਾਂ ਨੂੰ ਮਾਰ ਦਿੱਤਾ, ਪਰ ਮੈਂ ਆਪਣੀ ਧੀਆਂ ਨਾਲ ਅਜਿਹਾ ਨਹੀਂ ਹੋਣ ਦੇਵਾਂਗੀ। ਮੈਂ ਹੁਣੇ ਪੜ੍ਹ ਰਹੀ ਸੀ ਅਤੇ ਨਾਲ ਹੀ ਕੁਝ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਸੀ। ਉਸੇ ਸਮੇਂ ਮੈਨੂੰ ਇੱਕ ਮੁੰਡੇ ਨਾਲ ਮੁਹੱਬਤ ਹੋ ਗਈ ਅਤੇ ਉਹ ਮੇਰੇ ਘਰ ਮੇਰਾ ਰਿਸ਼ਤਾ ਲੈ ਕੇ ਆ ਗਿਆ, ਪਰ ਮੇਰੀ ਮਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਘਰ ਵਾਲਿਆਂ ਨੂੰ ਸਮਝਾਉਣ ਦੀ, ਪਰ ਉਹਨਾਂ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮਜਬੂਰ ਹੋ ਕੇ ਮੈਂ ਉਸ ਮੁੰਡੇ ਦੇਵ ਨੂੰ ਕਿਹਾ, ਜਿਸ ਨਾਲ ਮੈਂ ਮੁਹੱਬਤ ਕਰਦੀ ਸੀ, ਅਸੀਂ ਭੱਜ ਕੇ ਵਿਆਹ ਕਰ ਲੈਂਦੇ ਹਾਂ। ਪਰ ਉਸਨੇ ਕਿਹਾ, ਤੂੰ ਇੱਕ ਸ਼ਰੀਫ ਘਰ ਦੀ ਕੁੜੀ ਹੈ, ਅਜਿਹੀ ਗੱਲ ਤਾਂ ਤੈਨੂੰ ਆਪਣੀ ਜ਼ੁਬਾਨ ਤੇ ਵੀ ਨਹੀਂ ਲਿਆਉਣੀ ਚਾਹੀਦੀ। ਜੇਕਰ ਰੱਬ ਨੇ ਸਾਡਾ ਮਿਲਣਾ ਲਿਖਿਆ ਹੋਵੇਗਾ ਤਾਂ ਇਹ ਦੁਨੀਆ ਸਾਨੂੰ ਕਿੰਨਾ ਵੀ ਜੁਦਾ ਕਰਨ ਦੀ ਕੋਸ਼ਿਸ਼ ਕਰ ਲਵੇ, ਸਾਨੂੰ ਰੋਕ ਨਹੀਂ ਸਕਦੀ। ਅਸੀਂ ਮਿਲ ਕੇ ਹੀ ਰਹਾਂਗੇ, ਪਰ ਅਸੀਂ ਕੋਈ ਗਲਤ ਕਦਮ ਨਹੀਂ ਚੁੱਕਾਂਗੇ। ਤੂੰ ਹਮੇਸ਼ਾ ਉਹੀ ਕਰਨਾ ਜੋ ਤੁਹਾਡੇ ਮਾਤਾ ਪਿਤਾ ਚਾਹੁੰਦੇ ਹਨ। ਉਹਨਾਂ ਦੀ ਇੱਜ਼ਤ ਨਿਲਾਮ ਨਾ ਕਰਨਾ। ਮੈਂ ਦਿਨ ਰਾਤ ਰੱਬ ਤੋਂ ਉਸ ਮੁੰਡੇ ਲਈ ਅਰਦਾਸ ਕਰਦੀ। ਉਦੋਂ ਇੱਕ ਦਿਨ ਮੇਰੀ ਮਾਂ ਨੇ ਅਚਾਨਕ ਮੇਰਾ ਵਿਆਹ ਇੱਕ 16 ਸਾਲ ਦੇ ਮੁੰਡੇ ਨਾਲ ਜ਼ਬਰਦਸਤੀ ਤੈਅ ਕਰ ਦਿੱਤਾ। ਪਰ ਮੈਂ ਵੀ ਸੋਚ ਲਿਆ ਸੀ ਕਿ ਮੈਂ ਇਸ ਘੱਟ ਉਮਰ ਦੇ ਮੁੰਡੇ ਨੂੰ ਰੋਜ਼ਾਨਾ ਬੇਹੋਸ਼ੀ ਦੀ ਦਵਾਈ ਦੇ ਕੇ ਆਪਣੇ ਆਸ਼ਕ ਨੂੰ ਸੱਦ ਲਿਆ ਕਰਾਂਗੀ। ਪਰ ਉਸ ਸਮੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਕਮਰੇ ਵਿੱਚ ਆਉਂਦੇ ਹੀ ਮੈਂ ਉਸ ਬੱਚੇ ਨੂੰ ਵੇਖਿਆ। ਮੈਂ ਬਹੁਤ ਘਬਰਾ ਗਈ ਸੀ, ਕਿਉਂਕਿ ਮੇਰੇ ਕਮਰੇ ਵਿੱਚ ਉਹ ਮੁੰਡਾ ਨਹੀਂ ਆਇਆ ਸੀ ਜਿਸ ਨਾਲ ਮੇਰੀ ਮਾਂ ਨੇ ਮੇਰਾ ਵਿਆਹ ਕੀਤਾ ਸੀ। ਸਗੋਂ ਮੇਰੇ ਕਮਰੇ ਵਿੱਚ ਉਹ ਮੁੰਡਾ ਆਇਆ ਸੀ ਜਿਸ ਨਾਲ ਮੈਂ ਮੁਹੱਬਤ ਕਰਦੀ ਸੀ। ਮੈਂ ਉਸ ਨੂੰ ਕਿਹਾ, ਦੇਵ ਤੁਸੀਂ ਇੱਥੇ ਕਿਉਂ ਤੇ ਕਿਵੇਂ ਆ ਗਏ? ਜਦੋਂ ਮੈਨੂੰ ਤੁਹਾਡੀ ਜ਼ਰੂਰਤ ਸੀ ਤਦ ਤਾਂ ਤੁਸੀਂ ਆਏ ਨਹੀਂ। ਜੇਕਰ ਤੁਹਾਨੂੰ ਇੱਥੇ ਕਿਸੇ ਨੇ ਵੇਖ ਲਿਆ ਤਾਂ ਹੰਗਾਮਾ ਹੋ ਜਾਵੇਗਾ। ਉਸਨੇ ਮੈਨੂੰ ਕਿਹਾ, ਤੂੰ ਫਿਕਰ ਨਾ ਕਰ,
ਸਭ ਸੋ ਚੁੱਕੇ ਹਨ, ਇੱਥੇ ਕੋਈ ਨਹੀਂ ਆਵੇਗਾ। ਫਿਰ ਉਹ ਮੇਰੇ ਵੱਲ ਪਿਆਰ ਨਾਲ ਦੇਖਣ ਲੱਗਾ ਅਤੇ ਕਹਿਣ ਲੱਗਾ, ਅੱਜ ਮੈਂ ਤੈਨੂੰ ਆਪਣੀ ਜ਼ਿੰਦਗੀ ਬਾਰੇ ਸੱਚ ਦੱਸਦਾ ਹਾਂ। ਮੈਂ ਵੀ ਉਸ ਵੱਲ ਦੇਖਣ ਲੱਗੀ। ਇੱਕ ਪਾਸੇ ਜਿੱਥੇ ਮੈਨੂੰ ਖੁਸ਼ੀ ਹੋ ਰਹੀ ਸੀ, ਦੂਜੇ ਪਾਸੇ ਅਫਸੋਸ ਵੀ ਹੋ ਰਿਹਾ ਸੀ। ਉਸ ਦੀਆਂ ਅੱਖਾਂ ਲਾਲ ਸੁਰਖ ਸਨ। ਮੈਂ ਕਿਹਾ, ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕੀ ਸੀ, ਜੇਕਰ ਮੈਂ ਇਹ ਵਿਆਹ ਨਾ ਕਰਦੀ ਤਾਂ ਮੇਰੀ ਮਾਂ ਮਰ ਜਾਂਦੀ। ਮੇਰੀ ਮਾਂ ਨੇ ਜ਼ਬਰਦਸਤੀ ਮੇਰਾ ਵਿਆਹ ਇਸ ਮੁੰਡੇ ਨਾਲ ਕਰ ਦਿੱਤਾ, ਵਰਨਾ ਰੱਬ ਜਾਣਦਾ ਹੈ ਕਿ ਮੈਂ ਤੁਹਾਡੇ ਤੋਂ ਕਿੰਨੀ ਮੁਹੱਬਤ ਕਰਦੀ ਹਾਂ। ਜੇਕਰ ਅੱਜ ਵੀ ਤੁਸੀਂ ਮੈਨੂੰ ਕਹੋ ਤਾਂ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ। ਤੁਸੀਂ ਮੈਨੂੰ ਅਜਿਹੀ ਨਜ਼ਰਾਂ ਨਾਲ ਨਾ ਵੇਖੋ, ਮੈਂ ਬੇਵਫਾ ਨਹੀਂ ਹਾਂ। ਮੈਂ ਆਪਣੇ ਘਰ ਵਾਲਿਆਂ ਅੱਗੇ ਮਜਬੂਰ ਸੀ। ਜੇਕਰ ਮੈਂ ਉਹਨਾਂ ਦਾ ਕਹਿਣਾ ਨਹੀਂ ਮੰਨਦੀ ਤਾਂ ਸਭ ਕੁਝ ਬਰਬਾਦ ਹੋ ਜਾਂਦਾ। ਮੈਨੂੰ ਆਪਣੀ ਭੈਣਾਂ ਦੀ ਖਾਤਰ ਇਹ ਵਿਆਹ ਕਰਨਾ ਪਿਆ। ਜੇਕਰ ਮੈਂ ਅਜਿਹਾ ਨਹੀਂ ਕਰਦੀ ਤਾਂ ਮੇਰੀਆਂ ਭੈਣਾਂ ਕੁਮਾਰੀਆਂ ਹੀ ਰਹਿ ਜਾਂਦੀਆਂ। ਮੈਂ ਸੁਣਿਆ ਹੈ ਮੇਰੇ ਮਾਂ-ਬਾਪ ਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਬਹੁਤ ਸਾਰਾ ਪੈਸਾ ਦਿੱਤਾ ਹੈ, ਜਿਸ ਨਾਲ ਉਹ ਮੇਰਾ ਅਤੇ ਮੇਰੀਆਂ ਭੈਣਾਂ ਦਾ ਵੀ ਵਿਆਹ ਬੜੀ ਧੂਮਧਾਮ ਨਾਲ ਕਰ ਸਕਦੇ ਹਨ। ਪਰ ਤੁਸੀਂ ਜਾਣਦੇ ਹੋ ਕਿ ਮੈਨੂੰ ਪੈਸਾ ਨਹੀਂ, ਸਿਰਫ ਤੁਹਾਡੀ ਮੁਹੱਬਤ ਚਾਹੀਦੀ ਹੈ। ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ, ਮੈਂ ਅਜਿਹੀ ਕੁੜੀ ਨਹੀਂ ਹਾਂ ਜੋ ਦੌਲਤ ਦੇ ਲਾਲਚ ਵਿੱਚ ਆ ਕੇ ਤੁਹਾਨੂੰ ਧੋਖਾ ਦੇ ਦਿੰਦੀ। ਮੈਂ ਬਹੁਤ ਜ਼ਿਆਦਾ ਰੋ ਰਹੀ ਸੀ, ਕਿਉਂਕਿ ਮੈਂ ਆਪਣੇ ਪਿਆਰ ਨੂੰ ਖੋ ਚੁੱਕੀ ਸੀ ਅਤੇ ਆਪਣੇ ਪਿਆਰ ਨੂੰ ਖੋ ਦੇਣਾ ਕੋਈ ਆਸਾਨ ਗੱਲ ਨਹੀਂ ਹੁੰਦੀ। ਮੈਂ ਬਿਲਕੁਲ ਟੁੱਟ ਚੁੱਕੀ ਸੀ। ਉਸ ਤੋਂ ਬਾਅਦ ਦੇਵ ਨੇ ਮੈਨੂੰ ਇੱਕ ਅਜਿਹਾ ਸੱਚ ਦੱਸਿਆ ਜਿਸ ਨੂੰ ਸੁਣ ਕੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ। ਮੈਂ ਹੈਰਤ ਭਰੀ ਨਜ਼ਰਾਂ ਨਾਲ ਉਸ ਨੂੰ ਦੇਖਣ ਲੱਗੀ। ਉਸਨੇ ਕਿਹਾ ਕਿ ਜੋ ਮੈਂ ਤੈਨੂੰ ਦੱਸ ਰਿਹਾ ਹਾਂ ਉਹ ਸਭ ਸੱਚ ਹੈ, ਬਿਲਕੁਲ ਸੱਚ। ਮੈਂ ਹੀ ਤੁਹਾਡਾ ਪਤੀ ਹਾਂ। ਤੁਹਾਡਾ ਵਿਆਹ ਮੇਰੇ ਨਾਲ ਹੀ ਹੋਇਆ ਹੈ। ਮੈਂ ਤਾਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ। ਭਲਾ ਇਹ ਸਭ ਕਿਵੇਂ ਹੋਇਆ? ਦੇਵ ਜੋ ਮੇਰਾ ਪਤੀ ਸੀ, ਉਸਨੇ ਮੈਨੂੰ ਦੱਸਿਆ। ਇਹ ਬਹੁਤ ਲੰਬੀ ਕਹਾਣੀ ਹੈ। ਜਦੋਂ ਮੈਂ 5 ਸਾਲ ਦਾ ਸੀ ਤਾਂ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮੇਰੀ ਮਾਂ ਅਤੇ ਪਿਤਾ ਜੀ ਦੀ ਕਦੇ ਆਪਸ ਵਿੱਚ ਨਹੀਂ ਬਣੀ। ਮੈਂ ਬਚਪਨ ਤੋਂ ਹੀ ਦੋਨਾਂ ਨੂੰ ਲੜਦੇ ਵੇਖਿਆ। ਮੈਂ ਆਪਣੀ ਮਾਂ ਲਈ ਬਹੁਤ ਰੋਂਦਾ ਸੀ, ਉਹਨਾਂ ਨੂੰ ਬਹੁਤ ਯਾਦ ਕਰਦਾ ਸੀ, ਪਰ ਉਹਨਾਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਪਿਤਾ ਜੀ ਕਹਿੰਦੇ ਸਨ ਕਿ ਤੇਰੀ ਮਾਂ ਨੂੰ ਤੇਰੀ ਕੋਈ ਫਿਕਰ ਨਹੀਂ ਹੈ, ਤੂੰ ਉਸ ਲਈ ਰੋਇਆ ਨਾ ਕਰ। ਜੇਕਰ ਉਸ ਨੂੰ ਤੇਰੀ ਜ਼ਰੂਰਤ ਹੁੰਦੀ ਤਾਂ ਉਹ ਕਦੇ ਵੀ ਤੈਨੂੰ ਛੱਡ ਕੇ ਨਹੀਂ ਜਾਂਦੀ। ਕੁਝ ਸਮਾਂ ਬਾਅਦ ਹੀ ਮਾਂ ਨੇ ਪਿਤਾ ਜੀ ਤੋਂ ਡਿਵੋਰਸ ਲੈ ਲਿਆ ਅਤੇ ਉਹ ਹਮੇਸ਼ਾ ਲਈ ਮੈਨੂੰ ਛੱਡ ਕੇ ਚਲੀ ਗਈ। ਮਾਂ ਨੇ ਇੱਕ ਵਾਰ ਵੀ ਮੈਨੂੰ ਆਪਣੇ ਨਾਲ ਲੈ ਜਾਣ ਬਾਰੇ ਨਹੀਂ ਕਿਹਾ ਸੀ। ਉਲਟਾ ਪਿਤਾ ਜੀ ਨੂੰ ਬੋਲਿਆ ਕਿ ਤੁਹਾਡਾ ਪੁੱਤਰ ਹੈ, ਤੁਸੀਂ ਹੀ ਇਸ ਨੂੰ ਸੰਭਾਲੋ, ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ। ਇਹ ਵੱਡਾ ਹੋ ਕੇ ਤੁਹਾਡੀ ਤਰ੍ਹਾਂ ਹੀ ਨਿਕਲੇਗਾ, ਜਿਸ ਨੂੰ ਔਰਤਾਂ ਦੀ ਆਜ਼ਾਦੀ ਬਰਦਾਸ਼ਤ ਨਹੀਂ ਹੋਵੇਗੀ। ਮਾਂ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਰੋਣਾ ਆਇਆ। ਕਦੇ-ਕਦੇ ਮਾਂ ਮੈਨੂੰ ਫੋਨ ਕਰਦੀ ਗੱਲ ਕਰਨ ਲਈ, ਪਰ ਮੈਂ ਉਹਨਾਂ ਨਾਲ ਗੱਲ ਨਹੀਂ ਕਰਦਾ ਸੀ। ਫਿਰ ਇੱਕ ਦਿਨ ਮੈਨੂੰ ਪਿਤਾ ਜੀ ਨੇ ਦੱਸਿਆ ਕਿ ਤੇਰੀ ਮਾਂ ਨੇ ਦੂਜਾ ਵਿਆਹ ਕਰ ਲਿਆ ਹੈ। ਜਿਸ ਨਾਲ ਵਿਆਹ ਕੀਤਾ ਹੈ ਉਹ ਆਦਮੀ ਕਰੋੜਪਤੀ ਹੈ। ਉਹ ਉਸ ਨਾਲ ਲੰਦਨ ਵਿੱਚ ਸ਼ਿਫਟ ਹੋ ਗਈ ਹੈ। ਹੁਣ ਤੂੰ ਅਜਿਹੀ ਔਰਤ ਲਈ ਬਿਲਕੁਲ ਵੀ ਨਾ ਰੋਣਾ, ਜਿਸ ਲਈ ਪੈਸਾ ਹੀ ਸਭ ਕੁਝ ਹੈ। ਉਸ ਔਰਤ ਨੂੰ ਤੇਰੀ ਕੋਈ ਫਿਕਰ ਨਹੀਂ ਹੈ। ਹੁਣ ਸਾਡੇ ਘਰ ਵਿੱਚ ਮੇਰੀ ਭੂਆ ਆਪਣੇ ਪਤੀ ਅਤੇ ਬੱਚਿਆਂ ਨਾਲ ਆ ਕੇ ਰਹਿਣ ਲੱਗੀ। ਪਿਤਾ ਜੀ ਨੂੰ ਵੀ ਉਹਨਾਂ ਦੇ ਆਉਣ 'ਤੇ ਕੋਈ ਇਤਰਾਜ਼ ਨਹੀਂ ਸੀ। ਮੈਨੂੰ ਉਹਨਾਂ ਲੋਕਾਂ ਦਾ ਸਾਡੇ ਘਰ ਆਉਣਾ ਚੰਗਾ ਨਹੀਂ ਲੱਗਿਆ। ਹੁਣ ਮੈਨੂੰ ਇਕੱਲੇ ਹੀ ਰਹਿਣਾ ਪਸੰਦ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਘਰ ਵਿੱਚ ਕੋਈ ਸ਼ੋਰ ਸ਼ਰਾਬਾ ਹੋਵੇ। ਸਮੇਂ ਦੇ ਨਾਲ ਮੇਰੇ ਪਿਤਾ ਜੀ ਦੇ ਕੰਮਕਾਜ ਵਿੱਚ ਵੀ ਤਰੱਕੀ ਹੋ ਗਈ ਸੀ ਅਤੇ ਸਾਡਾ ਸਟੇਟਸ ਵੀ ਚੇਂਜ ਹੋ ਗਿਆ ਸੀ, ਜਿਸ ਦੌਲਤ ਲਈ ਮੇਰੀ ਮਾਂ ਸਾਨੂੰ ਛੱਡ ਕੇ ਗਈ ਸੀ। ਪਿਤਾ ਜੀ ਨੇ ਦਿਨ ਰਾਤ ਮਿਹਨਤ ਕਰਕੇ ਸਭ ਕੁਝ ਕਮਾ ਲਿਆ ਸੀ। ਮੈਂ ਸਕੂਲ ਤੋਂ ਆਉਂਦਾ ਤਾਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਜਾਂਦਾ। ਮੇਰੇ ਪਿੱਛੇ ਪਿੱਛੇ ਮੇਰੀ ਭੂਆ ਮੇਰੇ ਲਈ ਖਾਣਾ ਲੈ ਕੇ ਆਉਂਦੀ ਅਤੇ ਕਦੇ-ਕਦੇ ਉਹਨਾਂ ਦੀ ਧੀ ਵੀ ਮੇਰੇ ਕੋਲ ਆ ਕੇ ਬੈਠ ਜਾਂਦੀ ਸੀ। ਤਦ ਮੈਂ ਬਹੁਤ ਛੋਟਾ ਸੀ, ਪਰ ਮੈਨੂੰ ਮੇਰੀ ਭੂਆ ਦਾ ਮੇਰੇ ਕਮਰੇ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਸੀ। ਇਸ ਲਈ ਮੈਂ ਉਹਨਾਂ ਨੂੰ ਇੱਕ ਦਿਨ ਮਨਾ ਕਰ ਦਿੱਤਾ। ਪਰ ਮੇਰੀ ਭੂਆ ਨੇ ਕਿਹਾ, ਤੇਰੀ ਮਾਤਾ ਦੂਜਾ ਵਿਆਹ ਕਰਕੇ ਵਿਦੇਸ਼ ਚਲੀ ਗਈ, ਹੁਣ ਤੇਰਾ ਕਿਸੇ ਨਾ ਕਿਸੇ ਨੂੰ ਤਾਂ ਖਿਆਲ ਰੱਖਣਾ ਹੀ ਪਵੇਗਾ। ਮੈਂ ਤਾਂ ਸਿਰਫ ਤੇਰੀ ਖਾਤਰ ਹੀ ਇਸ ਘਰ ਵਿੱਚ ਆਈ ਹਾਂ, ਵਰਨਾ ਅਜੋਕੇ ਸਮੇਂ ਵਿੱਚ ਕੌਣ ਕਿਸੇ ਦਾ ਸੋਚਦਾ ਹੈ।
ਉਹਨਾਂ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਜਾਂਦਾ। ਪਿਤਾ ਜੀ ਨੇ ਵੀ ਹਾਲੇ ਤੱਕ ਦੂਜਾ ਵਿਆਹ ਨਹੀਂ ਕੀਤਾ ਸੀ। ਮੈਂ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਤੁਸੀਂ ਦੂਜਾ ਵਿਆਹ ਕਰ ਲਓ, ਤਾਂ ਉਹ ਕਹਿੰਦੇ ਕਿ ਮੈਨੂੰ ਔਰਤ ਜਾਤ 'ਤੇ ਭਰੋਸਾ ਨਹੀਂ ਕਰਨਾ। ਪਿਤਾ ਜੀ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਜਾਂਦਾ ਅਤੇ ਸੋਚਣ ਲੱਗਦਾ ਕਿ ਪਿਤਾ ਜੀ ਮੇਰੀ ਖਾਤਰ ਦੂਜਾ ਵਿਆਹ ਨਹੀਂ ਕਰ ਰਹੇ। ਸ਼ਾਇਦ ਪਿਤਾ ਜੀ ਮੇਰਾ ਪਿਆਰ ਵੰਡਣਾ ਨਹੀਂ ਚਾਹੁੰਦੇ ਸਨ। ਕੁਝ ਸਾਲ ਗੁਜ਼ਰੇ ਤਾਂ ਮੇਰੇ ਪਿਤਾ ਜੀ ਨੇ ਦੂਜਾ ਵਿਆਹ ਕਰ ਲਿਆ। ਹੁਣ ਮੈਂ ਵੱਡਾ ਹੋ ਗਿਆ ਸੀ ਅਤੇ ਕਾਲਜ ਜਾਣ ਲੱਗਾ ਸੀ। ਮੈਂ ਕਾਲਜ ਤੋਂ ਘਰ ਆਇਆ ਤਾਂ ਮੈਂ ਵੇਖਿਆ ਕਿ ਮੇਰੇ ਪਿਤਾ ਜੀ ਲਾੜਾ ਬਣੇ ਬੈਠੇ ਸਨ। ਉਹਨਾਂ ਦੇ ਗਲ ਵਿੱਚ ਹਾਰ ਪਾਏ ਹੋਏ ਸਨ ਅਤੇ ਉਹਨਾਂ ਦੇ ਬਰਾਬਰ ਇੱਕ ਔਰਤ ਬੈਠੀ ਸੀ। ਮੇਰੀ ਭੂਆ ਮੂੰਹ ਬਣਾਏ ਖੜੀ ਸੀ ਅਤੇ ਉਹਨਾਂ ਦੇ ਪਤੀ ਦਾ ਮੂਡ ਵੀ ਕੁਝ ਚੰਗਾ ਨਹੀਂ ਸੀ। ਪਿਤਾ ਜੀ ਨੇ ਮੈਨੂੰ ਕਿਹਾ ਕਿ ਵੇਖੋ, ਤੂੰ ਕਹਿੰਦਾ ਸੀ ਨਾ ਪਾਪਾ ਜੀ ਦੂਜਾ ਵਿਆਹ ਕਰ ਲਓ, ਤਾਂ ਅੱਜ ਮੈਂ ਦੂਜਾ ਵਿਆਹ ਕਰ ਲਿਆ। ਅਖੀਰ ਮੈਂ ਵੀ ਕਦੋਂ ਤੱਕ ਇਕੱਲੇ ਜ਼ਿੰਦਗੀ ਬਿਤਾਉਂਦਾ। ਮੈਂ ਪਿਤਾ ਜੀ ਨੂੰ ਕਿਹਾ ਕਿ ਜੇਕਰ ਤੁਹਾਨੂੰ ਵਿਆਹ ਕਰਨਾ ਸੀ ਤਾਂ ਪਹਿਲਾਂ ਕਿਉਂ ਨਹੀਂ ਕੀਤਾ? ਇਸ ਉਮਰ ਵਿੱਚ ਆ ਕੇ ਤੁਸੀਂ ਵਿਆਹ ਕਿਉਂ ਕੀਤਾ? ਪਿਤਾ ਜੀ ਨੇ ਕਿਹਾ ਕਿ ਕੀ ਮਤਲਬ ਹੈ ਤੇਰਾ ਕਿ ਵਿਆਹ ਕਿਉਂ ਕੀਤਾ? ਕੀ ਮੈਂ ਤੇਰੇ ਖਾਤਰ ਪੂਰੀ ਜ਼ਿੰਦਗੀ ਇੰਜ ਹੀ ਰਹਿੰਦਾ? ਕੱਲ ਨੂੰ ਤੂੰ ਵੀ ਵਿਆਹ ਕਰਕੇ ਆਪਣੀ ਪਤਨੀ ਅਤੇ ਬੱਚਿਆਂ ਵਿੱਚ ਮਗਨ ਹੋ ਜਾਵੇਗਾ। ਸ਼ਾਇਦ ਤੈਨੂੰ ਮੇਰੀ ਵੀ ਫਿਕਰ ਨਾ ਰਹੇ। ਉਂਝ ਵੀ ਅਜੋਕੇ ਜ਼ਮਾਨੇ ਵਿੱਚ ਮਾਂ-ਬਾਪ ਨੂੰ ਪੁੱਛਦਾ ਕੌਣ ਹੈ? ਮੈਂ ਉਸੇ ਸਮੇਂ ਘਰ ਤੋਂ ਬਾਹਰ ਨਿਕਲ ਗਿਆ। ਮਾਤਾ ਪਿਤਾ ਤਾਂ ਔਲਾਦ ਲਈ ਬਹੁਤ ਜ਼ਰੂਰੀ ਹੁੰਦੇ ਹਨ। ਉਹਨਾਂ ਦੀ ਕਮੀ ਤਾਂ ਕਦੇ ਵੀ ਕੋਈ ਹੋਰ ਪੂਰੀ ਨਹੀਂ ਕਰ ਸਕਦਾ। ਮੈਂ ਬਹੁਤ ਦੇਰ ਤੱਕ ਸੜਕਾਂ 'ਤੇ ਇੰਜ ਹੀ ਘੁੰਮਦਾ ਰਿਹਾ। ਦੇਰ ਰਾਤ ਜਦੋਂ ਮੈਂ ਆਪਣੇ ਘਰ ਪੜਿਆ, ਮੈਂ ਵੇਖਿਆ ਕਿ ਕੋਈ ਚੋਰੀ ਸਾਡੇ ਘਰ ਵਿੱਚ ਵੜ ਰਿਹਾ ਸੀ। ਉਹ ਮੇਰੀ ਦੂਜੀ ਮਾਂ ਦੇ ਕਮਰੇ ਵਿੱਚ ਗਿਆ। ਮੈਂ ਵੀ ਉਸ ਦਾ ਪਿੱਛਾ ਕਰਨ ਲੱਗਾ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਚੋਰ ਹੈ। ਮੈਂ ਮਾਂ ਦੇ ਕਮਰੇ ਦੇ ਦਰਵਾਜ਼ੇ ਕੋਲ ਅੱਪੜਿਆ ਤਾਂ ਮੈਨੂੰ ਉਹਨਾਂ ਦੇ ਗੱਲਾਂ ਕਰਨ ਦੀ ਆਵਾਜ਼ ਆਈ। ਉਹ ਮੇਰੀ ਮਾਂ ਦਾ ਦੋਸਤ ਸੀ। ਉਹ ਉਸ ਆਦਮੀ ਨਾਲ ਛੁਪ ਕੇ ਗੱਲਾਂ ਕਰ ਰਹੀ ਸੀ। ਕਹਿ ਰਹੀ ਸੀ ਕਿ ਕੁਝ ਦਿਨਾਂ ਦੀ ਗੱਲ ਹੈ, ਮੈਂ ਆਪਣੇ ਪਤੀ ਦੇ ਰਿਸ਼ਤੇਦਾਰ ਅਤੇ ਬੇਟੇ ਨੂੰ ਇਸ ਘਰ ਤੋਂ ਕੱਢ ਦੇਵਾਂਗੀ। ਇਹ ਸਾਰੀ ਦੌਲਤ ਸਾਡੀ ਹੋਵੇਗੀ। ਅਤੇ ਉਹ ਦੋਨੇ ਬਹੁਤ ਹੱਸ ਰਹੇ ਸਨ। ਮੈਂ ਸੋਚਿਆ ਕਿ ਜਾ ਕੇ ਉਹਨਾਂ ਦੀ ਖਬਰ ਲੈਂਦਾ ਹਾਂ। ਮੈਂ ਮੁੜਿਆ ਤਾਂ ਅਚਾਨਕ ਮੇਰੀ ਨਜ਼ਰ ਮੇਰੀ ਭੂਆ 'ਤੇ ਚਲੀ ਗਈ। ਉਹ ਰਾਤ ਨੂੰ ਇਸ ਸਮੇਂ ਘਰ ਤੋਂ ਬਾਹਰ ਜਾ ਰਹੀ ਸੀ। ਮੈਂ ਸੋਚ ਵਿੱਚ ਪੈ ਗਿਆ ਕਿ ਉਹ ਇਸ ਸਮੇਂ ਘਰ ਤੋਂ ਬਾਹਰ ਕਿਉਂ ਜਾ ਰਹੀ ਹੈ? ਘਰ ਦੀਆਂ ਔਰਤਾਂ ਨੂੰ ਕੀ ਹੋ ਗਿਆ ਸੀ? ਇੱਕ ਛੁਪ ਕੇ ਬੰਦ ਕਮਰੇ ਵਿੱਚ ਗੈਰ ਮਰਦ ਨਾਲ ਹੱਸ ਕੇ ਗੱਲਾਂ ਕਰ ਰਹੀ ਸੀ ਅਤੇ ਦੂਜੀ ਰਾਤ ਦੇ ਇਸ ਸਮੇਂ ਘਰ ਤੋਂ ਛੁਪ ਕੇ ਬਾਹਰ ਜਾ ਰਹੀ ਸੀ। ਮੇਰੀ ਭੂਆ ਚਾਹੁੰਦੀ ਸੀ ਕਿ ਮੈਂ ਉਹਨਾਂ ਦੀ ਧੀ ਨਾਲ ਵਿਆਹ ਕਰ ਲਵਾਂ ਤਾਂ ਕਿ ਮੇਰੀ ਸਾਰੀ ਦੌਲਤ ਉਹਨਾਂ ਦੀ ਹੋ ਜਾਵੇ ਅਤੇ ਉਹਨਾਂ ਦੀ ਧੀ ਜੋ ਮੇਰੇ ਤੋਂ ਨਹੀਂ ਬਲਕਿ ਮੇਰੀ ਦੌਲਤ ਨਾਲ ਮੁਹੱਬਤ ਕਰਦੀ ਸੀ। ਅਤੇ ਇਹ ਸਭ ਵੇਖ ਕੇ ਮੇਰਾ ਦਿਲ ਬਹੁਤ ਖਰਾਬ ਹੋ ਚੁੱਕਿਆ ਸੀ। ਮੈਂ ਆਪਣੇ ਪਿਤਾ ਜੀ ਤੋਂ ਵੀ ਬਹੁਤ ਨਾਰਾਜ਼ ਸੀ। ਇੱਕ ਤਾਂ ਉਹਨਾਂ ਨੇ ਇਸ ਉਮਰ ਵਿੱਚ ਵਿਆਹ ਕਰ ਲਿਆ ਸੀ ਅਤੇ ਵਿਆਹ ਵੀ ਅਜਿਹੀ ਔਰਤ ਨਾਲ ਕੀਤਾ ਸੀ ਜੋ ਉਹਨਾਂ ਦੇ ਕਾਬਲ ਨਹੀਂ ਸੀ। ਮੈਂ ਰਾਤ ਦਾ ਸਾਰਾ ਕਿੱਸਾ ਪਿਤਾ ਜੀ ਨੂੰ ਦੱਸਿਆ। ਉਹਨਾਂ ਨੇ ਮੇਰੀ ਗੱਲ 'ਤੇ ਭਰੋਸਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਸਭ ਔਰਤਾਂ ਤੇਰੀ ਮਾਂ ਵਰਗੀਆਂ ਨਹੀਂ ਹੁੰਦੀਆਂ। ਇਸ ਗੱਲ 'ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਹਰ ਵਾਰ ਤੇਰੀ ਮਾਂ ਕਰਦੇ ਰਹਿੰਦੇ ਹੋ? ਮੈਂ ਆਪਣੇ ਆਪ ਉਸ ਨੂੰ ਆਪਣੀ ਮਾਂ ਨਹੀਂ ਬਣਾਇਆ ਸੀ। ਤੁਸੀਂ ਆਪਣੇ ਆਪ ਆਪਣੀ ਮਰਜ਼ੀ ਨਾਲ ਉਸ ਔਰਤ ਨਾਲ ਵਿਆਹ ਕੀਤਾ ਸੀ ਅਤੇ ਉਸ ਔਰਤ ਲਈ ਪੂਰੇ ਖਾਨਦਾਨ ਨੂੰ ਛੱਡ ਦਿੱਤਾ ਸੀ। ਹੁਣ ਤਾਂ ਤੁਸੀਂ ਵੀ ਦੂਜਾ ਵਿਆਹ ਕਰ ਲਿਆ ਹੈ। ਤੁਸੀਂ ਦੋਨੇ ਹੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹੋ। ਮੈਂ ਤਾਂ ਤੁਹਾਡੇ ਦੋਨਾਂ ਦੀਆਂ ਜ਼ਿੰਦਗੀਆਂ ਵਿੱਚ ਹਾਂ ਹੀ ਨਹੀਂ। ਤੁਹਾਡੇ ਦੋਨਾਂ ਕੋਲ ਮੇਰੇ ਲਈ ਸਮਾਂ ਹੀ ਨਹੀਂ ਹੈ। ਪਿਤਾ ਜੀ ਨੇ ਕਿਹਾ ਕਿ ਤੂੰ ਵੀ ਆਪਣਾ ਵਿਆਹ ਕਰ ਲੈ। ਕੱਲ ਨੂੰ ਤੇਰੀ ਵੀ ਪਤਨੀ ਬੱਚੇ ਹੋਣਗੇ ਤਾਂ ਤੈਨੂੰ ਵੀ ਰਿਸ਼ਤਿਆਂ ਦੀ ਸਮਝ ਆ ਜਾਵੇਗੀ। ਤੁਹਾਡੀ ਭੂਆ ਦੀ ਧੀ ਬਹੁਤ ਚੰਗੀ ਹੈ। ਉਸਨੇ ਸਾਰਾ ਘਰ ਸੰਭਾਲ ਰੱਖਿਆ ਹੈ। ਤੂੰ ਉਸ ਨਾਲ ਖੁਸ਼ ਰਹੇਗਾ। ਮੈਂ ਪਿਤਾ ਜੀ ਨੂੰ ਕਿਹਾ, ਮੈਨੂੰ ਕਿਸੇ ਅਜਿਹੀ ਕੁੜੀ ਨਾਲ ਵਿਆਹ ਨਹੀਂ ਕਰਨਾ ਜਿਸ ਨੂੰ ਮੇਰੇ ਨਾਲ ਨਹੀਂ ਮੇਰੀ ਦੌਲਤ ਨਾਲ ਪਿਆਰ ਹੋਵੇ। ਮੈਂ ਅਜਿਹੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਜੋ ਸਿਰਫ ਮੈਨੂੰ ਚਾਹੇ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਮੈਂ ਬਹੁਤ ਇਕੱਲਾ ਫੀਲ ਕਰ ਰਿਹਾ ਸੀ। ਕਦੇ ਤਾਂ ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹਾਂ। ਮੇਰੀ ਦੂਜੀ ਮਾਂ
ਮੈਨੂੰ ਕਹਿੰਦੀ ਸੀ ਕਿ ਜਾਓ ਆਪਣੇ ਆਪ ਨੂੰ ਕਿਸੇ ਸਾਈਕੋਲੋਜੀ ਨੂੰ ਵਿਖਾ ਲਓ। ਮੇਰੀ ਦੂਜੀ ਮਾਂ ਪਿਤਾ ਜੀ ਸਾਹਮਣੇ ਮੇਰੇ ਤੋਂ ਬਹੁਤ ਪਿਆਰ ਨਾਲ ਗੱਲ ਕਰਦੀ ਸੀ। ਮੇਰੀ ਸੱਕੀ ਮਾਂ ਵੀ ਆਪਣੇ ਬੱਚਿਆਂ ਵਿੱਚ ਬਿਜੀ ਸੀ। ਹੁਣ ਤਾਂ ਉਹ ਮੈਨੂੰ ਫੋਨ ਵੀ ਨਹੀਂ ਕਰਦੀ ਸੀ। ਮੇਰੇ ਪਿਤਾ ਜੀ ਮੇਰਾ ਰਿਸ਼ਤਾ ਆਪਣੇ ਦੋਸਤ ਦੀ ਧੀ ਨਾਲ ਕਰ ਰਹੇ ਸਨ। ਉਹ ਲੋਕ ਮੇਰੇ ਘਰ ਵਿੱਚ ਹੇਠਾਂ ਲਾਂਚ ਵਿੱਚ ਹੀ ਬੈਠੇ ਸਨ। ਉਸੇ ਸਮੇਂ ਮੇਰੀ ਭੂਆ ਦੀ ਧੀ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਕਹਿਣ ਲੱਗੀ, ਦੇਵ, ਮੈਂ ਤੁਹਾਡੇ ਤੋਂ ਬਹੁਤ ਮੁਹੱਬਤ ਕਰਦੀ ਹਾਂ। ਜੇਕਰ ਮੇਰਾ ਵਿਆਹ ਤੁਹਾਡੇ ਨਾਲ ਨਹੀਂ ਹੋਇਆ ਤਾਂ ਮੈਂ ਮਰ ਜਾਵਾਂਗੀ। ਪਲੀਜ਼ ਮੇਰੇ ਨਾਲ ਵਿਆਹ ਕਰ ਲਓ। ਇਹ ਸੁਣ ਕੇ ਮੈਂ ਕਿਹਾ, ਠੀਕ ਹੈ, ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ, ਪਰ ਅਸੀਂ ਇਹ ਘਰ-ਬਾਰ ਛੱਡ ਕੇ ਚਲੇ ਜਾਵਾਂਗੇ। ਅਸੀਂ ਵੱਖ ਘਰ ਵਿੱਚ ਰਹਾਂਗੇ। ਮੈਂ ਕੋਈ ਛੋਟੀ-ਮੋਟੀ ਨੌਕਰੀ ਕਰ ਲਵਾਂਗਾ, ਕਿਉਂਕਿ ਪਿਤਾ ਜੀ ਤਾਂ ਮੈਨੂੰ ਇਸ ਘਰ ਤੋਂ ਕੱਢ ਦੇਣਗੇ। ਉਹ ਹੈਰਾਨ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਮੈਂ ਸੋਚ ਕੇ ਦੱਸਦੀ ਹਾਂ। ਮੈਨੂੰ ਉਸ 'ਤੇ ਹਾਸਾ ਆਉਣ ਲੱਗਿਆ, ਕਿਉਂਕਿ ਜੇਕਰ ਉਸ ਨੂੰ ਮੇਰੇ ਨਾਲ ਮੁਹੱਬਤ ਹੁੰਦੀ ਤਾਂ ਉਸ ਨੂੰ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ। ਉਸੇ ਸਮੇਂ ਮੇਰੀ ਭੂਆ ਨੇ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਰੌਲਾ ਪਾਉਣ ਲੱਗੀ। ਰੌਲਾ ਸੁਣ ਕੇ ਪਿਤਾ ਜੀ ਅਤੇ ਮਹਿਮਾਨ ਵੀ ਉੱਥੇ ਆ ਗਏ। ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਬਾਹਰੋਂ ਬੰਦ ਸੀ। ਕਿਸੇ ਨੇ ਵੀ ਇਹ ਗੱਲ ਨੋਟਿਸ ਨਹੀਂ ਕੀਤੀ। ਫੁੱਫੜ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਮੇਰੇ ਦਿਮਾਗ ਵਿੱਚ ਤਾਂ ਅਜੇ ਕੁਝ ਵੀ ਨਹੀਂ ਸੀ ਜੋ ਹੋ ਰਿਹਾ ਸੀ। ਜਦੋਂ ਫੁੱਫੜ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਉਹ ਅੰਦਰ ਆਏ ਤਾਂ ਉਹਨਾਂ ਨੇ ਆਪਣੀ ਧੀ ਦੇ ਮੂੰਹ ਤੇ ਇੱਕ ਜ਼ੋਰਦਾਰ ਚਪੇੜ ਮਾਰੀ। ਪਰ ਭੂਆ ਨੇ ਕਿਹਾ ਕਿ ਆਪਣੀ ਧੀ ਨੂੰ ਕਿਉਂ ਮਾਰ ਰਹੇ ਹੋ? ਇਸ ਮੁੰਡੇ ਤੋਂ ਪੁੱਛੋ ਜਿਸ ਨੇ ਮੇਰੀ ਧੀ ਨੂੰ ਵੱਡਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਸੀ। ਜਦੋਂ ਉਸ ਨੂੰ ਮੇਰੀ ਧੀ ਨਾਲ ਵਿਆਹ ਹੀ ਨਹੀਂ ਕਰਨਾ ਸੀ ਤਾਂ ਕਿਉਂ ਉਸਨੇ ਇਸ ਨੂੰ ਆਪਣੀ ਮਿੱਠੀ-ਮਿੱਠੀ ਗੱਲਾਂ ਵਿੱਚ ਫਸਾ ਕੇ ਰੱਖਿਆ ਸੀ। ਪਿਤਾ ਜੀ ਦੇ ਜੋ ਦੋਸਤ ਘਰ ਤੇ ਆਏ ਹੋਏ ਸਨ, ਉਹ ਪਿਤਾ ਜੀ ਨੂੰ ਬੁਰਾ ਭਲਾ ਕਹਿਣ ਲੱਗੇ ਅਤੇ ਸਾਡੇ ਘਰ ਤੋਂ ਚਲੇ ਗਏ। ਪਿਤਾ ਜੀ ਨੇ ਮੇਰੇ ਜ਼ੋਰ ਨਾਲ ਚਪੇੜ ਮਾਰਿਆ। ਮੈਂ ਪਿਤਾ ਜੀ ਨੂੰ ਕਿਹਾ ਕਿ ਇਹ ਸਭ ਕੁਝ ਝੂਠ ਹੈ। ਮੈਂ ਆਪਣੀ ਭੂਆ ਦੀ ਧੀ ਨੂੰ ਕਿਹਾ ਕਿ ਤੂੰ ਤਾਂ ਸਭ ਕੁਝ ਸੱਚ ਜਾਣਦੀ ਹੈ ਨਾ, ਤੂੰ ਪਿਤਾ ਜੀ ਨੂੰ ਦੱਸ ਕੇ ਸੱਚ ਕੀ ਹੈ। ਉਸਨੇ ਵੀ ਕਿਹਾ ਕਿ ਦੇਵ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਸੀਂ ਮੇਰੇ ਨਾਲ ਪਹਿਲਾਂ ਮੁਹੱਬਤ ਦੇ ਵਾਅਦੇ ਕੀਤੇ ਅਤੇ ਹੁਣ ਮਨਾ ਕਰ ਰਹੇ ਹੋ। ਤੁਸੀਂ ਮੈਨੂੰ ਆਪਣੇ ਆਪ ਹੀ ਆਪਣੇ ਕਮਰੇ ਵਿੱਚ ਸੱਦ ਕੇ ਦਰਵਾਜ਼ਾ ਬੰਦ ਕਰ ਲਿਆ ਸੀ। ਉਸਨੇ ਪਿਤਾ ਜੀ ਨੂੰ ਕਿਹਾ ਕਿ ਮੈਂ ਦੇਵ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ, ਪਰ ਹੁਣ ਇਹ ਮੈਨੂੰ ਕਹਿ ਰਿਹਾ ਹੈ ਕਿ ਮੈਂ ਹਸਪੀਟਲ। ਇੰਨਾ ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਪਿਤਾ ਜੀ ਨੂੰ ਵਾਰ-ਵਾਰ ਦੱਸ ਰਿਹਾ ਸੀ ਕਿ ਇਹ ਸਭ ਕੁਝ ਸੱਚ ਨਹੀਂ ਹੈ, ਪਰ ਉਹਨਾਂ ਨੂੰ ਤਾਂ ਮੇਰੀ ਗੱਲ ਤੇ ਭਰੋਸਾ ਹੀ ਨਹੀਂ ਆਇਆ। ਉਹ ਮੈਨੂੰ ਬੁਰਾ ਭਲਾ ਕਹਿ ਰਹੇ ਸਨ ਕਿ ਮੈਂ ਤੇਰੀ ਪਰਵਰਿਸ਼ ਅਜੇ ਹੀ ਨਹੀਂ ਕੀਤੀ ਸੀ। ਉਦੋਂ ਮੇਰੇ ਫੁੱਫੜ ਕਹਿਣ ਲੱਗੇ, ਹੁਣੇ ਆਪਣੇ ਬੇਟੇ ਦਾ ਵਿਆਹ ਮੇਰੀ ਧੀ ਨਾਲ ਕਰਵਾ ਦਿਓ, ਵਰਨਾ ਮੈਂ ਕਿਸੇ ਨੂੰ ਮੂੰਹ ਵਿਖਾਉਣ ਕਾਬਿਲ ਨਹੀਂ ਰਹਾ। ਪਿਤਾ ਜੀ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਉਹ ਮੈਨੂੰ ਧੱਕੇ ਦੇ ਕੇ ਘਰ ਤੋਂ ਕੱਢਣ ਲੱਗੇ। ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਸੱਚਾਈ ਨਹੀਂ ਵਿਖ ਰਹੀ ਸੀ, ਜਦੋਂ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਮੈਨੂੰ ਔਰਤਾਂ ਨਾਲ ਕਿੰਨੀ ਨਫ਼ਰਤ ਹੈ। ਮੈਂ ਤਾਂ ਹੁਣੇ ਵਿਆਹ ਵੀ ਨਹੀਂ ਕਰਨਾ ਚਾਹੁੰਦਾ ਸੀ। ਪਿਤਾ ਜੀ ਦੇ ਜਿੱਦ ਕਰਨ ਤੇ ਵੀ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਾਂਗਾ ਜੋ ਸਿਰਫ ਮੈਨੂੰ ਮੁਹੱਬਤ ਕਰਦੀ ਹੋਵੇ, ਮੇਰੀ ਦੌਲਤ ਨਾਲ ਨਹੀਂ। ਉਸ ਰਾਤ ਮੈਂ ਖਾਲੀ ਹੱਥ ਆਪਣੇ ਘਰ ਤੋਂ ਹਮੇਸ਼ਾ ਲਈ ਨਿਕਲ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕਿੱਥੇ ਜਾਣਾ ਹੈ। ਮੇਰਾ ਤਾਂ ਕੋਈ ਦੋਸਤ ਵੀ ਨਹੀਂ ਸੀ ਜਿਸ ਕੋਲ ਮੈਂ ਚਲਾ ਜਾਂਦਾ। ਥੱਕ ਕੇ ਮੈਂ ਉੱਥੇ ਹੀ ਸੜਕ ਤੇ ਬੈਠ ਗਿਆ ਅਤੇ ਸੋਚਣ ਲੱਗਾ ਕਿ ਪਤਾ ਨਹੀਂ ਰੱਬ ਨੇ ਮੇਰੀ ਕਿਸਮਤ ਵਿੱਚ ਕੀ ਲਿਖਿਆ ਹੈ। ਮੈਨੂੰ ਆਪਣੇ ਪਿਤਾ ਜੀ ਦਾ ਐਵੇਂ ਬਦਲਦਾ ਹੋਇਆ ਅੰਦਾਜ਼ ਵੇਖ ਕੇ ਬਹੁਤ ਅਫਸੋਸ ਹੋਇਆ ਸੀ। ਮੈਂ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹਨਾਂ ਨੇ ਮੇਰੀ ਗੱਲ ਦਾ ਭਰੋਸਾ ਨਹੀਂ ਕੀਤਾ ਅਤੇ ਆਪਣੇ ਆਪ ਹੀ ਸੱਗੇ ਬੇਟੇ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਮੈਂ ਗੁੱਸੇ ਨਾਲ ਘਰ ਤੋਂ ਇੰਜ ਹੀ ਆ ਗਿਆ ਸੀ। ਮੇਰੇ ਕੋਲ ਪੈਸੇ ਵੀ ਨਹੀਂ ਸਨ। ਮੈਂ ਉੱਥੇ ਹੀ ਸੜਕ ਕਿਨਾਰੇ ਇੱਕ ਬੈਂਚ ਤੇ ਲੇਟੇ ਸੋ ਗਿਆ। ਸਵੇਰੇ ਟ੍ਰੈਫਿਕ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲੀ। ਬੱਚੇ ਆਪਣੀ ਮਾਂ ਨਾਲ ਸਕੂਲ ਜਾ ਰਹੇ ਸਨ। ਮੈਂ ਸੋਚਣ ਲੱਗਿਆ ਕਿ ਮੇਰੀ ਮਾਂ ਵੀ ਇੰਜ ਹੀ ਮੈਨੂੰ ਸਕੂਲ ਛੱਡਣ ਜਾਂਦੀ ਹੋਵੇਗੀ, ਪਰ ਮੇਰੀ ਮਾਂ ਤਾਂ ਮੈਨੂੰ ਬਹੁਤ ਛੋਟੀ ਉਮਰ ਵਿੱਚ ਹੀ ਛੱਡ ਕੇ ਚਲੀ ਗਈ ਸੀ। ਮੈਨੂੰ ਬਚਪਨ ਤੋਂ ਹੀ ਆਪਣੀ ਮਾਂ ਦਾ ਪਿਆਰ ਨਹੀਂ ਮਿਲਿਆ ਸੀ।
ਕਾਸ਼ ਮੇਰੀ ਮਾਂ ਵੀ ਮੈਨੂੰ ਇੰਜ ਹੀ ਸਕੂਲ ਛੱਡਣ ਜਾਂਦੀ, ਮੇਰੇ ਪਿੱਛੇ ਪਿੱਛੇ ਭੱਜਦੀ। ਇਹ ਸਭ ਕੁਝ ਸੋਚ ਕੇ ਮੇਰੀਆਂ ਅੱਖਾਂ ਨਮ ਹੋਣ ਲੱਗੀ ਕਿ ਅਚਾਨਕ ਮੈਂ ਇੱਧਰ ਉੱਧਰ ਵੇਖਿਆ ਤਾਂ ਮੈਂ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਆਇਆ ਸੀ। ਮੈਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਇਆ ਸੀ। ਮੇਰਾ ਮੋਬਾਈਲ ਵੀ ਘਰ ਹੀ ਰਹਿ ਗਿਆ ਸੀ। ਮੈਂ ਆਪਣੇ ਗਲੇ ਵਿੱਚ ਇੱਕ ਚੇਨ ਪਹਿਨੇ ਹੋਏ ਸੀ, ਉਸ ਨੂੰ ਵੇਚ ਕੇ ਇੱਕ ਹੋਟਲ ਵਿੱਚ ਖਾਣਾ ਖਾਣ ਚਲਾ ਗਿਆ। ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਆਪਣੇ ਜੇਬ ਤੋਂ ਪੈਸੇ ਕੱਢੇ ਤਾਂ ਮੇਰੀ ਜੇਬ ਵਿੱਚ ਪੈਸੇ ਨਹੀਂ ਸਨ। ਮੈਂ ਆਪਣੇ ਆਪ ਆਪਣੀ ਜੇਬ ਵਿੱਚ ਪੈਸੇ ਰੱਖੇ ਸਨ। ਵੇਟਰ ਮੈਨੂੰ ਸਿਰ ਤੋਂ ਪੈਰ ਤੱਕ ਘੂਰ ਰਿਹਾ ਸੀ। ਮੈਂ ਉਸ ਵੇਟਰ ਨੂੰ ਕਹਿ ਰਿਹਾ ਸੀ ਕਿ ਮੇਰੇ ਪੈਸੇ ਚੋਰੀ ਹੋ ਗਏ, ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਮੈਨੂੰ ਉੱਥੇ ਸਭ ਲੋਕਾਂ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਰੋਲਾ ਸੁਣ ਕੇ ਇੱਕ ਕੁੜੀ ਆਈ ਅਤੇ ਉਸਨੇ ਮੇਰੇ ਪੈਸੇ ਦੇ ਦਿੱਤੇ। ਉਸ ਕੁੜੀ ਨੇ ਮੇਰਾ ਬਿੱਲ ਦਿੱਤਾ ਅਤੇ ਜਾਣ ਲੱਗੀ। ਮੈਂ ਵੀ ਉਸਦੇ ਪਿੱਛੇ ਪਿੱਛੇ ਚਲਾ ਗਿਆ ਅਤੇ ਉਸ ਕੁੜੀ ਤੋਂ ਪੁੱਛਿਆ ਕਿ ਤੁਸੀਂ ਮੇਰੇ ਪੈਸੇ ਕਿਉਂ ਦਿੱਤੇ? ਕਹਿਣ ਲੱਗੀ ਕਿ ਇਨਸਾਨੀਅਤ ਦੇ ਨਾਤੇ ਮੈਨੂੰ ਤੂੰ ਇੱਕ ਸ਼ਰੀਫ ਮੁੰਡਾ ਲੱਗਿਆ, ਇਸ ਲਈ ਮੈਂ ਤੁਹਾਡੇ ਪੈਸੇ ਦੇ ਦਿੱਤੇ। ਮੈਂ ਉਸ ਕੁੜੀ ਨੂੰ ਕਿਹਾ ਕਿ ਮੈਨੂੰ ਆਪਣਾ ਨੰਬਰ ਦੇ ਦਿਓ, ਮੈਂ ਤੁਹਾਨੂੰ ਤੁਹਾਡੇ ਪੈਸੇ ਜਲਦੀ ਵਾਪਸ ਕਰ ਦੇਵਾਂਗਾ। ਪਰ ਉਸ ਕੁੜੀ ਨੇ ਕਿਹਾ ਮੈਂ ਇਨਸਾਨੀਅਤ ਦੇ ਨਾਤੇ ਤੁਹਾਡੀ ਮਦਦ ਕੀਤੀ ਹੈ, ਹੁਣ ਮੈਨੂੰ ਆਪਣੇ ਪੈਸੇ ਵਾਪਸ ਨਹੀਂ ਚਾਹੀਦੇ। ਉਂਝ ਵੀ ਅੱਜ ਮੈਨੂੰ ਮੇਰੀ ਪਹਿਲੀ ਤਨਖਾਹ ਮਿਲੀ ਸੀ। ਮੈਂ ਆਪਣੀ ਪਸੰਦ ਦਾ ਖਾਣਾ ਖਾਣਾ ਚਾਹੁੰਦੀ ਸੀ। ਤੁਸੀਂ ਕੀ ਜਾਣੋ, ਮਿਹਨਤ ਨਾਲ ਪੈਸੇ ਕਮਾਉਣਾ ਆਸਾਨ ਨਹੀਂ ਹੁੰਦਾ। ਉਸਨੇ ਮੈਨੂੰ ਆਪਣਾ ਨੰਬਰ ਨਹੀਂ ਦਿੱਤਾ ਅਤੇ ਉੱਥੋਂ ਚਲੀ ਗਈ। 2-3 ਦਿਨ ਇੰਜ ਹੀ ਸੜਕਾਂ ਤੇ ਇੱਧਰ ਉੱਧਰ ਘੁੰਮਦਾ ਰਿਹਾ। ਕੁਝ ਦਿਨਾਂ ਬਾਅਦ ਫਿਰ ਮੈਨੂੰ ਉਹ ਕੁੜੀ ਮਿਲੀ। ਮੈਂ ਉਸ ਨੂੰ ਕਿਹਾ ਹੁਣ ਮੈਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਕਿਉਂਕਿ ਮੈਨੂੰ ਇੱਕ ਦੁਕਾਨ ਤੇ ਨੌਕਰੀ ਮਿਲ ਗਈ ਹੈ। ਪਰ ਉਸਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਮੈਨੂੰ ਉਹ ਕੁੜੀ ਬਹੁਤ ਚੰਗੀ ਲੱਗਣ ਲੱਗੀ ਸੀ। ਮੈਂ ਸੋਚ ਲਿਆ ਸੀ ਕਿ ਜੇਕਰ ਮੈਂ ਵਿਆਹ ਕਰਾਂਗਾ ਤਾਂ ਇਸ ਕੁੜੀ ਨਾਲ ਹੀ ਕਰਾਂਗਾ। ਮੈਂ ਉਸ ਦਾ ਪਿੱਛਾ ਕਰਨ ਲੱਗਾ। ਉਹ ਕੁੜੀ ਇੱਕ ਮੁਹੱਲੇ ਵਿੱਚ ਰਹਿੰਦੀ ਸੀ। ਹੁਣ ਮੈਂ ਰੋਜ਼ ਹੀ ਉਸ ਕੁੜੀ ਦੇ ਘਰ ਕੋਲ ਜਾ ਕੇ ਖੜਾ ਹੋ ਜਾਂਦਾ ਸੀ। ਉਸ ਦੇ ਘਰ ਤੋਂ ਲੜਾਈ ਦੀ ਆਵਾਜ਼ ਆਉਂਦੀ ਰਹਿੰਦੀ ਸੀ। ਮੈਨੂੰ ਆਪਣੀ ਮਾਂ ਤੋਂ ਬਾਅਦ ਜਿਸ ਕੁੜੀ ਨਾਲ ਮੁਹੱਬਤ ਹੋਈ ਸੀ ਉਹ ਇਹ ਕੁੜੀ ਸੀਲਾ ਸੀ। ਇੱਕ ਦਿਨ ਪਿਤਾ ਜੀ ਨੇ ਮੈਨੂੰ ਲੱਭ ਲਿਆ ਅਤੇ ਘਰ ਵਾਪਸ ਲੈ ਗਏ। ਮੈਂ ਵੀ ਪਿਤਾ ਜੀ ਨੂੰ ਕਹਿ ਦਿੱਤਾ ਕਿ ਮੈਂ ਸੀਲਾ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਪਿਤਾ ਜੀ ਨੇ ਕਿਹਾ ਕਿ ਤੇਰੇ ਨਾਲ ਜੋ ਕੁਝ ਵੀ ਹੋਇਆ ਮੈਂ ਸਭ ਕੁਝ ਸੱਚ ਜਾਣ ਚੁੱਕਿਆ ਹਾਂ। ਮੈਂ ਤੁਹਾਡੇ ਤੇ ਹੱਥ ਚੁੱਕਿਆ ਅਤੇ ਤੈਨੂੰ ਗਲਤ ਸਮਝਿਆ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਤੁਹਾਡੀ ਭੂਆ ਤੇ ਫੁੱਫੜ ਇੰਨਾ ਡਿੱਗ ਸਕਦੇ ਹਨ, ਮੈਂ ਇਹ ਸੋਚ ਵੀ ਨਹੀਂ ਸਕਦਾ ਸੀ। ਉਹਨਾਂ ਨੇ ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਅਤੇ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ। ਇੱਕ ਵਾਰ ਫਿਰ ਮੈਨੂੰ ਇੱਕ ਔਰਤ ਨੇ ਧੋਖਾ ਦਿੱਤਾ। ਜਿਸ ਔਰਤ ਨਾਲ ਮੈਂ ਦੂਜਾ ਵਿਆਹ ਕੀਤਾ ਸੀ ਉਹ ਮੈਨੂੰ ਦੌਲਤ ਲਈ ਛੱਡ ਕੇ ਚਲੀ ਗਈ। ਜੇਕਰ ਸਮਾਂ ਰਹਿੰਦੇ ਮੈਨੂੰ ਉਸ ਔਰਤ ਦੀ ਸੱਚਾਈ ਪਤਾ ਨਹੀਂ ਚੱਲਦੀ ਤਾਂ ਸ਼ਾਇਦ ਅੱਜ ਅਸੀਂ ਸੜਕ ਉੱਤੇ ਹੁੰਦੇ। ਉਹ ਤਾਂ ਮੇਰਾ ਸਭ ਕੁਝ ਲੁੱਟ ਕੇ ਲੈ ਗਈ ਹੁੰਦੀ। ਤੁਹਾਡੀ ਭੂਆ ਨੂੰ ਵੀ ਮੈਂ ਘਰੋਂ ਕੱਢ ਦਿੱਤਾ ਹੈ। ਹੁਣ ਮੈਂ ਫੈਸਲਾ ਕਰ ਲਿਆ ਹੈ ਕਿ ਸਾਡੇ ਬਾਪ ਬੇਟੇ ਦੀ ਜ਼ਿੰਦਗੀ ਵਿੱਚ ਕੋਈ ਔਰਤ ਨਹੀਂ ਆਵੇਗੀ। ਮੈਂ ਪਿਤਾ ਜੀ ਨੂੰ ਕਿਹਾ ਕਿ ਮੈਂ ਸੀਲਾ ਨਾਲ ਬਹੁਤ ਮੁਹੱਬਤ ਕਰਦਾ ਹਾਂ। ਉਹ ਬਹੁਤ ਚੰਗੀ ਕੁੜੀ ਹੈ, ਤੁਸੀਂ ਇੱਕ ਵਾਰ ਉਸ ਤੋਂ ਮਿਲ ਲਓ। ਪਿਤਾ ਜੀ ਨੇ ਕਿਹਾ ਕਿ ਹੋ ਸਕਦਾ ਹੈ ਉਹ ਵੀ ਦੌਲਤ ਦੇ ਲਾਲਚ ਵਿੱਚ ਤੁਹਾਡੇ ਤੋਂ ਵਿਆਹ ਕਰਨਾ ਚਾਹੁੰਦੀ ਹੋਵੇ ਅਤੇ ਵਿਆਹ ਤੋਂ ਬਾਅਦ ਤੇਰੀ ਸਾਰੀ ਦੌਲਤ ਲੈ ਕੇ ਆਪਣੇ ਆਸ਼ਕ ਨਾਲ ਭੱਜ ਜਾਵੇ। ਫਿਰ ਤੂੰ ਕੀ ਕਰੇਗਾ? ਮੈਂ ਪਿਤਾ ਜੀ ਨੂੰ ਕਿਹਾ ਕਿ ਮੈਂ ਪਹਿਲਾਂ ਉਸ ਕੁੜੀ ਨੂੰ ਅਜ਼ਮਾ ਲਵਾਂਗਾ, ਫਿਰ ਉਸ ਨਾਲ ਵਿਆਹ ਕਰਵਾਵਾਂਗਾ। ਮੈਂ ਵਾਪਸ ਉਸ ਮੁਹੱਲੇ ਵਿੱਚ ਚਲਾ ਗਿਆ ਅਤੇ ਸੀਲਾ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਮੁਹੱਬਤ ਕਰਦਾ ਹਾਂ। ਬਹੁਤ ਸਮਾਂ ਲੱਗਾ ਉਸ ਨੂੰ ਮਨਾਉਣ ਵਿੱਚ, ਫਿਰ ਉਹ ਵੀ ਮੇਰੇ ਨਾਲ ਮੁਹੱਬਤ ਕਰਨ ਲੱਗੀ। ਸੀਲਾ ਨੇ ਮੈਨੂੰ ਕਿਹਾ ਮੈਨੂੰ ਮੁਹੱਬਤ ਅਤੇ ਇੱਜ਼ਤ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ, ਪਰ ਮੈਂ ਇੰਨੀ ਜਲਦੀ ਉਸ ਤੇ ਭਰੋਸਾ ਨਹੀਂ ਕਰ ਸਕਦਾ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਗਰੀਬ ਘਰ ਦਾ ਮੁੰਡਾ ਹਾਂ। ਮੇਰੇ ਮਾਂ-ਬਾਪ ਬਿਮਾਰ ਰਹਿੰਦੇ ਹਨ। ਥੋੜ੍ਹਾ ਬਹੁਤ ਜਿੰਨਾ ਵੀ ਕਮਾਉਂਦਾ ਹਾਂ ਉਹਨਾਂ ਦੀ ਦਵਾਈ ਵਿੱਚ ਲੱਗ ਜਾਂਦਾ ਹੈ। ਮੈਂ ਤੈਨੂੰ ਕਦੇ ਬਹੁਤ ਸਾਰਾ ਪੈਸਾ ਨਹੀਂ ਦੇ ਸਕਦਾ। ਪਰ ਉਸਨੇ ਕਿਹਾ ਅਸੀਂ ਦੋਨੇ ਮਿਲ ਕੇ ਨੌਕਰੀ ਕਰਾਂਗੇ ਅਤੇ ਆਪਣਾ ਘਰ ਚਲਾ ਲਵਾਂਗੇ। ਤੁਸੀਂ ਫਿਕਰ ਨਾ ਕਰੋ, ਜੋ ਵੀ ਹੋਵੇਗਾ ਅਸੀਂ ਮਿਲ ਜੁਲ ਕੇ ਖਾ ਲਵਾਂਗੇ। ਮੈਨੂੰ ਬਸ ਤੁਹਾਡੇ ਤੋਂ
ਇੱਜ਼ਤ ਅਤੇ ਮੁਹੱਬਤ ਚਾਹੀਦੀ ਹੈ। ਬਦਲੇ ਵਿੱਚ ਮੈਂ ਤੁਹਾਨੂੰ ਵਫਾ ਅਤੇ ਹਰਦਮ ਹਰ ਪਲ ਤੁਹਾਡਾ ਸਾਥ ਦੇਵਾਂਗੀ। ਉਸ ਦੀ ਇਸ ਗੱਲ ਨੇ ਮੇਰਾ ਦਿਲ ਜਿੱਤ ਲਿਆ। ਉਹ ਬਹੁਤ ਚੰਗੀ ਕੁੜੀ ਸੀ। ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਮੇਰੀ ਮਾਂ ਬਹੁਤ ਬਿਮਾਰ ਹੈ ਅਤੇ ਮੈਨੂੰ ਉਸ ਦੇ ਇਲਾਜ ਲਈ ਪੈਸਿਆਂ ਦੀ ਜ਼ਰੂਰਤ ਹੈ, ਤਾਂ ਉਸਨੇ ਆਪਣੇ ਜੋੜੇ ਹੋਏ ਪੈਸੇ ਮੈਨੂੰ ਕੱਢ ਕੇ ਦੇ ਦਿੱਤੇ। ਇੱਕ ਵਾਰ ਵੀ ਨਹੀਂ ਸੋਚਿਆ। ਉਹ ਮੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੇਰੀ ਮਾਂ ਮੇਰਾ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੀ ਹੈ ਅਤੇ ਮੈਂ ਤੁਹਾਨੂੰ ਖੋਣਾ ਨਹੀਂ ਚਾਹੁੰਦੀ। ਮੈਂ ਉਸ ਦੇ ਕਹਿਣ ਤੇ ਉਸ ਦੇ ਘਰ ਰਿਸ਼ਤਾ ਲੈ ਕੇ ਚਲਾ ਗਿਆ। ਉਸ ਦੀ ਮਾਂ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ। ਕਹਿਣ ਲੱਗੀ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਜਿਹੇ ਗਰੀਬ ਮੁੰਡੇ ਨਾਲ ਕਦੇ ਵੀ ਨਹੀਂ ਕਰਾਂਗੀ। ਮੈਂ ਉਸ ਦੇ ਘਰ ਤੋਂ ਵਾਪਸ ਆ ਗਿਆ। ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀ, ਕਿਉਂਕਿ ਮੈਂ ਤਾਂ ਅਮੀਰ ਖਾਨਦਾਨ ਦਾ ਇਕਲੌਤਾ ਮੁੰਡਾ ਸੀ। ਸੀਲਾ ਮੇਰੇ ਕੋਲ ਆਈ ਅਤੇ ਰੋਣ ਲੱਗੀ, ਕਹਿਣ ਲੱਗੀ ਕਿ ਮੈਂ ਤੁਹਾਡੇ ਸਿਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗੀ। ਅਸੀਂ ਭੱਜ ਕੇ ਵਿਆਹ ਕਰ ਲੈਂਦੇ ਹਾਂ। ਜਦੋਂ ਮੈਂ ਇਹ ਸਭ ਕੁਝ ਪਿਤਾ ਜੀ ਨੂੰ ਦੱਸਿਆ ਤਾਂ ਪਿਤਾ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਹੁਣ ਉਸ ਕੁੜੀ ਨੂੰ ਮੈਂ ਅਜਮਾਵਾਂਗਾ। ਪਿਤਾ ਜੀ ਤੁਹਾਡੇ ਘਰ ਚਲੇ ਗਏ। ਤੁਹਾਡੀ ਮਾਂ ਨੂੰ ਕਿਹਾ ਕਿ ਉਹ ਤੁਹਾਡੇ ਘਰ ਦੇ ਹਾਲਾਤ ਬਦਲ ਦੇਣਗੇ ਅਤੇ ਉਹਨਾਂ ਦੇ ਬੇਟੇ ਨੂੰ ਨੌਕਰੀ ਦੇਣਗੇ। ਉਹਨਾਂ ਦੀ ਧੀਆਂ ਦਾ ਵਿਆਹ ਧੂਮ-ਧਾਮ ਨਾਲ ਕਰਵਾਉਣਗੇ। ਉਹ ਉਹਨਾਂ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਉਠਾ ਲੈਣਗੇ। ਪਰ ਉਹਨਾਂ ਦੀ ਇੱਕ ਸ਼ਰਤ ਹੈ। ਮੇਰੇ ਪੁੱਤਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ 16 ਸਾਲ ਦਾ ਹੈ। ਮੈਂ ਤੁਹਾਡੀ ਧੀ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਹਾਂ। ਉਸ ਕੁੜੀ ਦੀ ਮਾਂ ਮੰਨ ਗਈ। ਮੈਨੂੰ ਬਹੁਤ ਅਫਸੋਸ ਹੋਇਆ ਜਦੋਂ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਉਸ ਕੁੜੀ ਨੇ ਦੌਲਤ ਦੇ ਲਾਲਚ ਵਿੱਚ ਵਿਆਹ ਲਈ ਹਾਂ ਕਰ ਦਿੱਤੀ ਹੈ। ਪੁੱਤ ਮੁਹੱਬਤ ਨਾਲ ਕਦੇ ਕਿਸੇ ਦਾ ਢਿੱਡ ਨਹੀਂ ਭਰਦਾ। ਉਸ ਦਿਨ ਮੈਂ ਦੂਜੀ ਵਾਰ ਰੋਇਆ ਸੀ। ਪਹਿਲੀ ਵਾਰ ਆਪਣੀ ਮਾਂ ਲਈ ਅਤੇ ਦੂਜੀ ਵਾਰ ਉਸ ਕੁੜੀ ਲਈ ਜਿਸ ਕੁੜੀ ਨੂੰ ਮੁਹੱਬਤ ਕਰਦਾ ਸੀ। ਉਸ ਤੋਂ ਕੁਝ ਦਿਨਾਂ ਬਾਅਦ ਤੂੰ ਮੈਨੂੰ ਮਿਲਣ ਆਈ। ਮੈਂ ਆਪਣੇ ਘਰ ਦੇ ਬਾਹਰ ਖੜਾ ਸੀ, ਪਰ ਤੂੰ ਨਹੀਂ ਜਾਣਦੀ ਸੀ ਕਿ ਇਹ ਮੇਰਾ ਘਰ ਹੈ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਇਸ ਘਰ ਵਿੱਚ ਨੌਕਰੀ ਕਰਦਾ ਹਾਂ। ਤੂੰ ਮੈਨੂੰ ਕਿਹਾ ਸੀ ਕਿ ਅਸੀਂ ਭੱਜ ਕੇ ਵਿਆਹ ਕਰ ਲੈਂਦੇ ਹਾਂ। ਮੇਰੀ ਮਾਂ ਦੌਲਤ ਦੇ ਲਾਲਚ ਵਿੱਚ ਮੇਰਾ ਵਿਆਹ ਇੱਕ 16 ਸਾਲ ਦੇ ਮੁੰਡੇ ਨਾਲ ਕਰ ਰਹੀ ਹੈ। ਮੈਨੂੰ ਦੌਲਤ ਨਹੀਂ ਚਾਹੀਦੀ ਅਤੇ ਨਾ ਹੀ ਵੱਡਾ ਘਰ ਚਾਹੀਦਾ ਹੈ। ਮੈਨੂੰ ਤਾਂ ਸਿਰਫ ਤੁਹਾਡੀ ਮੁਹੱਬਤ ਚਾਹੀਦੀ ਹੈ। ਕੀ ਤੁਸੀਂ ਮੇਰਾ ਸਾਥ ਦਿਓਗੇ? ਤੁਹਾਡੀ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਪਿਤਾ ਜੀ ਨੇ ਵੀ ਸਾਡੀ ਸਾਰੀ ਗੱਲਾਂ ਸੁਣ ਲਈ ਸੀ, ਪਰ ਮੈਂ ਉਸ ਦਿਨ ਆ ਨਹੀਂ ਸਕਿਆ ਅਤੇ ਤੂੰ ਮਜਬੂਰੀ ਵਿੱਚ ਉਸ ਮੁੰਡੇ ਨਾਲ ਵਿਆਹ ਕਰ ਲਿਆ। ਤੂੰ ਮੈਨੂੰ ਫੋਨ ਕਰਦੀ ਰਹੀ, ਮੈਸੇਜ ਕਰਦੀ ਰਹੀ, ਪਰ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਤੁਹਾਡੇ ਤੋਂ ਮੈਨੂੰ ਪਹਿਲੀ ਵਾਰ ਮੁਹੱਬਤ ਹੋਈ ਸੀ ਅਤੇ ਤੁਹਾਡਾ ਵਿਆਹ ਮੇਰੇ ਨਾਲ ਹੀ ਹੋਇਆ ਹੈ। ਇੱਥੇ ਮੇਰੇ ਘਰ ਵਿੱਚ ਤੈਨੂੰ ਸਭ ਕੁਝ ਮਿਲੇਗਾ। ਕਦੇ ਵੀ ਤੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਵੇਗੀ। ਤੂੰ ਕਦੇ ਮੇਰੇ ਨਾਲ ਬੇਵਫਾਈ ਨਾ ਕਰਨਾ, ਮੈਨੂੰ ਛੱਡ ਕੇ ਨਾ ਜਾਣਾ। ਮੇਰਾ ਪਤੀ ਮੇਰਾ ਹੱਥ ਫੜ ਕੇ ਇਹ ਸਭ ਗੱਲਾਂ ਕਹਿ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਮੈਂ ਆਪਣੀ ਕਿਸਮਤ ਤੇ ਹੈਰਾਨ ਸੀ, ਜਿਵੇਂ ਮੈਂ ਕੋਈ ਸੁਪਨਾ ਵੇਖ ਰਹੀ ਹਾਂ। ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਰੱਬ ਦਾ ਸ਼ੁਕਰਾਨਾ ਅਦਾ ਕਰ ਰਹੀ ਸੀ, ਜਿਸ ਨੇ ਮੈਨੂੰ ਇੰਨਾ ਕੁਝ ਦੇ ਦਿੱਤਾ ਸੀ। ਮੈਂ ਆਪਣੀ ਮੁਹੱਬਤ ਨੂੰ ਪਾ ਲਿਆ ਸੀ। ਮੇਰੀ ਭੈਣਾਂ ਦੇ ਵਿਆਹ ਵੀ ਚੰਗੀ ਥਾਂ ਹੋ ਗਏ ਸਨ। ਮੇਰੇ ਭਰਾ ਦੀ ਨੌਕਰੀ ਲੱਗ ਗਈ ਸੀ। ਮੇਰੀ ਮਾਂ ਵੀ ਬਹੁਤ ਖੁਸ਼ ਸੀ। ਮੇਰੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ ਅਤੇ ਸਾਡੇ 2 ਬੱਚੇ ਵੀ ਹਨ। ਮੈਂ ਆਪਣੇ ਪਰਿਵਾਰ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਦੌਲਤ ਸਭ ਕੁਝ ਨਹੀਂ ਹੁੰਦੀ। ਜ਼ਿੰਦਗੀ ਜੀਣ ਲਈ ਮੁਹੱਬਤ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਰੱਬ ਦੀ ਮਿਹਰ ਸਦਕਾ ਇੱਕ ਚੰਗੇ ਸਾਥੀ ਦਾ ਮਿਲ ਜਾਣਾ ਕਰਮਾਂ ਦੀ ਗੱਲ ਹੁੰਦੀ ਹੈ। ਜੋ ਲੋਕ ਸੱਚੀ ਮੁਹੱਬਤ ਛੱਡ ਕੇ ਦੌਲਤ ਦੇ ਪਿੱਛੇ ਭੱਜਦੇ ਹਨ, ਉਹਨਾਂ ਨੂੰ ਸ਼ਾਇਦ ਦੌਲਤ ਤਾਂ ਮਿਲ ਜਾਂਦੀ ਹੈ, ਪਰ ਕੋਈ ਮੁਹੱਬਤ ਕਰਨ ਵਾਲਾ ਨਹੀਂ ਮਿਲਦਾ। ਦੌਲਤ ਨੂੰ ਛੱਡ ਕੇ ਮੁਹੱਬਤ ਦੀ ਕਦਰ ਕਰਨਾ ਸਿੱਖੋ।